हाँ जी स्टूडेंट्स, इस वीडियो ਦੇ ਵਿੱਚ मैं क्लास +1 ਦੇ ਲਈ ਜਿਹੜੇ ਕਿ ਚੈप्टर नंबर 4 ਤੋਂ ਮੌਰੀਆ ਕਾਲ ਤੋਂ ਜਿਹੜੇ ਕਿ ਵੈਰੀ ਸ਼ਾਰਟ MCQs ਟਰੂ ਫਾਲਸ ਫਿਲਿੰਗ ਦਾ ਬਲੈਂਕਸ ਕੁਐਸਚਨ ਆਨਸਰਸ ਲੈ ਕੇ ਆਈਆਂ। ਤੇ ਇਹ ਵਾਲੇ ਜਿਹੜੇ ਕਿ ਸ਼ਾਰਟ ਵੈਰੀ ਸ਼ਾਰਟ ਕੁਐਸਚਨ ਆਨਸਰਸ ਨੇ MCQs ਦੇ ਜੋ ਤੁਹਾਡਾ ਕੱਲ੍ਹ ਐਗਜ਼ਾਮ ਆ ਉਸ ਦੇ ਲਈ ਇੰਪੋਰਟੈਂਟ ਨੇ। ਇਸ ਤੋਂ ਇਲਾਵਾ ਜਿਹੜੇ ਕਿ ਦਸੰਬਰ ਦੇ ਵਿੱਚ ਜੋ ਐਗਜ਼ਾਮ ਹੋਣਗੇ ਉਹਨਾਂ ਲਈ ਪ੍ਰੀ ਬੋਰਡ ਐਂਡ ਫਾਈਨਲ एग्जाम ਲਈ ਜਿਹੜੇ ਕਿ ਮੋਸਟ ਇੰਪੋਰਟੈਂਟ ਜਿਹੜੇ ਕਿ MCQs ਨੇ। ਇਸ ਤੋਂ ਇਲਾਵਾ ਇਹ ਮਾਸਟਰ ਕੇਡਰ SST ਤੇ ETT ਸੈਕਿੰਡ एग्जाम ਲਈ ਵੀ ਇੰਪੋਰਟੈਂਟ ਨੇ। ਹਾਂਜੀ ਸਟਾਰਟ ਕਰਦੇ ਹਾਂ। ਮੌਰੀਆ ਕਾਲ ਇਸ ਤੋਂ ਪਹਿਲਾਂ ਵਾਲੇ ਜਿਹੜੇ ਕਿ 3 ਚੈਪਟਰ ਨੇ ਪਹਿਲੀ ਵੀਡੀਓ ਬਣਾਈ ਹੋਈ ਹੈ ਇੱਕ, ਤੁਸੀਂ ਉਹ ਵਾਚ ਕਰ ਸਕਦੇ ਹੋ ਅਗਰ ਨਹੀਂ ਕੀਤੀ। ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਊਂਗੀ। ਤੇ ਨੈਕਸਟ ਜਿਹੜੇ ਕਿ ਪਹਿਲਾਂ ਚੈਪਟਰਸ ਦੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ, ਸਾਰੇ ਚੈਪਟਰਸ ਦੀਆਂ 1 ਲਾਈਨਰ ਕੁਐਸਚਨਸ ਨੇ, ਉਹਨਾਂ ਦੇ ਵੀ ਜਿਹੜੇ ਕਿ ਲਿੰਕ ਸ਼ੇਅਰ ਕਰ ਦਿੱਤਾ ਜਾਊਗਾ। ਫਸਟ ਹੈ ਕਿਹੜਾ ਸਰੋਤ ਮੌਰੀਆ ਕਾਲ ਦੀ ਜਾਣਕਾਰੀ ਦਿੰਦਾ ਹੈ। ਤਾਂ ਮੌਰੀਆ ਕਾਲ ਦੀ ਜਿਹੜੀ ਕਿ ਜਾਣਕਾਰੀ ਦੇਣ ਵਾਲੇ ਸਰੋਤ ਨੇ ਅਰਥ ਸ਼ਾਸਤਰ, ਇੰਡਿਕਾ, ਮੁਦਰਾ ਰਾਕਸ਼, ਇਹ ਤਿੰਨੋਂ ਹੀ ਨੇ। ਤਾਂ ਆਨਸਰ ਆ ਗਿਆ ਉਪਰੋਕਤ ਸਾਰੇ। ਹੁਣ ਮੈਂ ਇਹਨਾਂ ਤਿੰਨਾਂ ਬਾਰੇ ਵੀ ਤੁਹਾਨੂੰ ਥੋੜ੍ਹੀ ਜਾਣਕਾਰੀ ਦਿੰਦੀ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਇਹਨਾਂ ਤਿੰਨਾਂ ਤੋਂ ਵੀ ਕੁਐਸਚਨ ਆ ਜਿਹੜੇ ਕਿ ਤਿਆਰ ਹੋ ਕੇ ਆ ਸਕਦਾ। ਹਾਂਜੀ ਜਿਵੇਂ ਕਿ ਪਹਿਲਾਂ ਜਿਵੇਂ ਤੁਸੀਂ ਜਿਹੜਾ ਤੁਹਾਡਾ ਜੁਲਾਈ ਦੇ ਵਿੱਚ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਅਰਥ ਸ਼ਾਸਤਰ ਨੂੰ ਰਿਲੇਟਡ ਲੈ ਕੇ ਕੁਐਸਚਨ ਆਇਆ ਹੋਇਆ ਸੀ। ਤਾਂ ਤੁਸੀਂ ਉਹ ਐਗਜ਼ਾਮ ਵੀ ਜ਼ਰੂਰ ਦੇਖਣਾ। ਉਹਦੀ ਵੀਡੀਓ ਜਿਹੜੀ ਕਿ ਪਲੇਲਿਸਟ ਦੇ ਵਿੱਚ ਤੁਹਾਨੂੰ ਮਿਲ ਜੂਗੀ ਜੁਲਾਈ ਕੁਇਜ਼ ਵਾਲਿਆਂ ਦੇ ਵਿੱਚ, ਉਸ ਪਲੇਲਿਸਟ ਦੇ ਵਿੱਚ ਤੁਸੀਂ ਉਹ ਜ਼ਰੂਰ ਦੇਖਣੀ ਆ। ਤੇ ਇਸ ਤੋਂ ਇਲਾਵਾ ਪਿਛਲੇ ਸਾਲ ਵਾਲੇ ਜੋ ਵੀ ਵੀਡੀਓਜ਼ ਅਪਲੋਡ ਕੀਤੇ ਹੋਏ ਨੇ ਪ੍ਰੀ ਬੋਰਡ ਐਗਜ਼ਾਮ, ਉਹ ਸਭ ਕੁਝ ਤੁਸੀਂ ਦੇਖ ਸਕਦੇ ਹੋ। ਹਾਂਜੀ ਅਰਥ ਸ਼ਾਸਤਰ ਹੈ ਜਿਹੜੀ ਕਿ ਉਹ ਕੁਐਸਚਨ ਇਹ ਹੋਇਆ ਸੀ ਵੀ ਅਰਥ ਸ਼ਾਸਤਰ ਹੈ ਜਿਹੜੀ ਕਿ ਕਿਸ ਦੀ ਰਚਨਾ। ਤਾਂ ਅਰਥ ਸ਼ਾਸਤਰ ਹੈ ਜਿਹੜੇ ਕਿ ਚੰਦਰਗੁਪਤ ਮੌਰੀਆ ਦੇ ਜਿਹੜੇ ਕਿ ਪ੍ਰਧਾਨ ਮੰਤਰੀ ਕੁਟਲਿਆ ਜਿਸਨੂੰ ਵਿਸ਼ਨੂਗੁਪਤ ਵੀ ਕਹਿੰਦੇ ਨੇ, ਉਸ ਦੀ ਜਿਹੜੀ ਕਿ ਰਚਨਾ ਕੁਟਲਿਆ ਦੀ। ਅਰਥ ਸ਼ਾਸਤਰ ਹੈ ਜਿਹੜੀ ਕਿ ਇਹ ਪੁਸਤਕ ਦਾ ਨਾਂ ਹੈ ਜਿਹੜੀ ਕਿ ਇਹ ਕਿਹਦੇ ਦੁਆਰਾ ਲਿਖੀ ਗਈ ਆ, ਕੁਟਲਿਆ ਦੁਆਰਾ। ਤੇ ਇੰਡਿਕਾ ਨਾਂ ਦੀ ਜਿਹੜੀ ਕਿ ਪੁਸਤਕ ਹੈ ਇਹ ਮੈਗਸਥੀਨ ਦੁਆਰਾ ਲਿਖੀ ਗਈ ਆ। ਮੈਗਸਥੀਨ ਜਿਹੜੇ ਕਿ ਯੂਨਾਨੀ ਸ਼ਾਸਕ ਸੀ ਉਸ ਦੁਆਰਾ ਲਿਖੀ ਗਈ ਹੈ ਇਹ। ਤੇ ਮੁਦਰਾ ਰਾਕਸ਼ ਹੈ ਜਿਹੜੇ ਕਿ ਇਹ ਨਾਟਕ ਹੈ, ਇਹ ਆ ਵਿਸ਼ਾਖਾ ਦੱਤ ਦੁਆਰਾ ਲਿਖਿਆ ਗਿਆ। ਨੈਕਸਟ ਆ ਸਟੂਡੈਂਟ ਕੁਐਸਚਨ ਨੰਬਰ 2 ਮੌਰੀਆ ਸਾਮਰਾਜ ਦੀ ਸਥਾਪਨਾ ਕਿਸ ਨੇ ਕੀਤੀ। ਹਾਂਜੀ ਮੌਰੀਆ ਸਾਮਰਾਜ ਦੀ ਸਥਾਪਨਾ ਕੀਤੀ ਸੀ ਚੰਦਰਗੁਪਤ ਮੌਰੀਆ ਨੇ। ਨੈਕਸਟ ਸੀ ਅਸ਼ੋਕ ਦੇ ਪਿਤਾ ਦਾ ਨਾਮ ਬਿੰਦੂਸਾਰ ਸੀ। ਸਹੀ ਜਾਂ ਗਲਤ ਆ? ਤਾਂ ਬਿਲਕੁਲ ਸਹੀ ਆ। ਅਸ਼ੋਕ ਦੇ ਪਿਤਾ ਦਾ ਨਾਮ ਜਿਹੜੇ ਕਿ ਬਿੰਦੂਸਾਰ ਸੀ। ਚੰਦਰਗੁਪਤ ਮੌਰੀਆ ਤੋਂ ਬਾਅਦ ਹੈ ਜਿਹੜੀ ਕਿ ਬਿੰਦੂਸਾਰ, ਫਿਰ ਨੈਕਸਟ ਬਿੰਦੂਸਾਰ ਤੋਂ ਬਾਅਦ ਹੈ ਜਿਹੜੀ ਕਿ ਅਸ਼ੋਕ ਰਾਜ ਬਣਿਆ, ਜਿਹੜੇ ਕਿ ਰਾਜਾ ਇਹ ਸ਼ਾਸਕ ਬਣੇ ਮੌਰੀਆ ਸਾਮਰਾਜ ਦੇ। ਤੇ ਅਸ਼ੋਕ ਮੌਰੀਆ ਸਾਮਰਾਜ ਦਾ ਸਭ ਤੋਂ ਮਹੱਤਵਪੂਰਨ ਜਿਹੜੇ ਕਿ ਮਹਾਨ ਸ਼ਾਸਕ ਸੀ। ਨੈਕਸਟ ਮੌਰੀਆ ਕਾਲ ਵਿੱਚ ਡੈਸ਼ ਉੱਚ ਸਿੱਖਿਆ ਦਾ ਕੇਂਦਰ ਸੀ। ਹਾਂਜੀ ਉੱਚ ਸਿੱਖਿਆ ਦਾ ਕੇਂਦਰ ਸੀ ਮੌਰੀਆ ਸਾਮਰਾਜ ਦੇ ਵਿੱਚ ਤਕਸ਼ੀਲਾ। ਇਹ ਵੀ ਤੁਹਾਨੂੰ ਜਿਹੜੇ ਕਿ ਜੁਲਾਈ ਐਗਜ਼ਾਮ 'ਚ ਆਇਆ ਹੋਇਆ ਸੀ, ਤਕਸ਼ੀਲਾ। ਨੈਕਸਟ ਆ ਸਾਂਚੀ ਦੇ ਸਤੂਪ ਦਾ ਨਿਰਮਾਣ ਡੈਸ਼ ਕਾਲ ਵਿੱਚ ਹੋਇਆ। ਸਾਂਚੀ ਦੇ ਸਤੂਪ ਦਾ ਨਿਰਮਾਣ ਹੈ ਜਿਹੜੇ ਕਿ ਮੌਰੀਆ ਕਾਲ ਦੇ ਵਿੱਚ ਹੋਇਆ। ਸਾਂਚੀ ਦੇ ਸਤੂਪ ਦਾ ਨਿਰਮਾਣ ਕਰਵਾਇਆ ਸੀ ਅਸ਼ੋਕ ਨੇ, ਰਾਜਾ ਅਸ਼ੋਕ। ਨੈਕਸਟ ਹੈ ਪੋਰਸ ਨੇ ਬਹਾਦਰੀ ਨਾਲ ਸਿਕੰਦਰ ਦੀ ਸੈਨਾ ਦਾ ਟਾਕਰਾ ਕੀਤਾ ਪਰੰਤੂ ਉਹ ਹਾਰ ਗਿਆ। ਪੋਰਸ ਦੀ ਹਾਰ ਦਾ ਅਹਿਮ ਕਾਰਨ ਕਿਹੜਾ ਸੀ। ਹਾਂਜੀ ਪੋਰਸ ਜਿਹੜੇ ਕਿ ਕਿਉਂ ਹਾਰ ਗਿਆ ਸੀ, ਉਸਦੀ ਹਾਰ ਦਾ ਕਾਰਨ ਕੀ ਸੀ। ਯੁੱਧ ਵਿੱਚ ਹਾਥੀਆਂ ਦੀ ਵਰਤੋਂ ਕਰਨਾ। ਯੁੱਧ ਵਿੱਚ ਹਾਥੀਆਂ ਦੀ ਵਰਤੋਂ ਕਰਨ ਕਰਕੇ ਜਿਹੜੀ ਕਿ ਉਹ ਹਾਰ ਗਿਆ ਸੀ। ਨੈਕਸਟ ਕਿਹੜੇ ਸ਼ਾਸਕ ਨੇ ਕਲਿੰਗ ਯੁੱਧ ਤੋਂ ਬਾਅਦ ਬੁੱਧ ਧਰਮ ਅਪਣਾ ਲਿਆ ਸੀ। ਹਾਂਜੀ ਉਸ ਸ਼ਾਸਕ ਦਾ ਨਾਂ ਸੀ ਅਸ਼ੋਕ। ਅਸ਼ੋਕ ਰਾਜੇ ਨੇ ਕਲਿੰਗ ਦੇ ਯੁੱਧ ਤੋਂ ਬਾਅਦ ਹੈ ਜਿਹੜੇ ਕਿ ਇਸ ਯੁੱਧ ਦੇ ਦੌਰਾਨ ਉਸਦੇ ਮਨ ਉੱਤੇ ਇੰਨਾ ਜ਼ਿਆਦਾ ਇਫੈਕਟ ਹੋਇਆ ਇਸ ਕਤਲੇਆਮ ਤੋਂ ਬਾਅਦ ਹੈ ਜਿਹੜੀ ਕਿ ਉਸਨੇ ਹਮੇਸ਼ਾ ਲਈ ਯੁੱਧਾਂ ਦੀ ਨੀਤੀ ਨੂੰ ਤਿਆਗ ਕੇ ਬੁੱਧ ਧਰਮ ਨੂੰ ਅਪਣਾ ਲਿਆ ਸੀ। ਤਾਂ ਅਸ਼ੋਕ ਨੇ ਜਿਹੜੇ ਕਿ ਬੁੱਧ ਧਰਮ ਨੂੰ ਅਪਣਾ ਲਿਆ ਸੀ ਅਤੇ ਕਲਿੰਗ ਦਾ ਯੁੱਧ 261 ਈਸਵੀ ਪੂਰਵ ਦੇ ਵਿੱਚ ਹੋਇਆ। ਨੈਕਸਟ ਸੀ ਅਸ਼ੋਕ ਨੇ ਡੈਸ਼ ਧਰਮ ਨੂੰ ਰਾਜ ਧਰਮ ਘੋਸ਼ਿਤ ਕੀਤਾ ਸੀ। ਹਾਂਜੀ ਅਸ਼ੋਕ ਨੇ ਜਿਹੜੇ ਕਿ ਬੁੱਧ ਧਰਮ ਨੂੰ ਰਾਜ ਧਰਮ ਘੋਸ਼ਿਤ ਕੀਤਾ ਸੀ। ਨੈਕਸਟ ਆ ਕਿਸ ਰਾਜ ਦੇ ਪਤਨ ਲਈ ਦਮਨਕਾਰੀ ਸ਼ਾਸਨ ਅਤੇ ਵਿੱਤੀ ਸੰਕਟ ਸਭ ਤੋਂ ਅਹਿਮ ਕਾਰਨ ਹੁੰਦੇ ਹਨ। ਮੌਰੀਆ ਸਾਮਰਾਜ ਦੇ ਪਤਨ ਸੰਬੰਧੀ ਵੀ ਇਹ ਕਥਨ ਡੈਸ਼ ਹੈ। ਕੀ ਇਹ ਸੱਚ ਹੈ ਜਾਂ ਝੂਠ ਹੈ, ਸਹੀ ਹੈ ਜਾਂ ਗਲਤ ਹੈ? ਤਾਂ ਇਹ ਬਿਲਕੁਲ ਸਹੀ ਹੈ। ਨੈਕਸਟ ਹੈ ਮੌਰੀਆ ਸ਼ਾਸਕ ਡੈਸ਼ ਨੇ ਆਪਣੇ ਪ੍ਰਾਣ ਜੈਨ ਧਰਮ ਦੇ ਵਿਧੀ ਵਿਧਾਨ ਅਨੁਸਾਰ ਤਿਆਗੇ ਸਨ। ਹਾਂਜੀ
चंद्रगुप्त, ਇਹਦਾ आंसर है चंद्रगुप्त मौर्य। क्वेश्चन ਐਵੇਂ ਵੀ ਆ ਸਕਦਾ कि चंद्रगुप्त मौर्य ने अपने ਜਿਹੜੇ कि किस धर्म ਨੂੰ ਅਪਣਾਇਆ ਹੋਇਆ ਸੀ ਤਾਂ ਜੈਨ ਧਰਮ ਨੂੰ ਅਪਣਾਇਆ ਹੋਇਆ ਸੀ, ਤਾਂ ਉਸਨੇ ਆਪਣੇ ਜਿਹੜੇ कि किस ਤਰੀਕੇ ਨਾਲ ਪ੍ਰਾਣ ਤਿਆਗੇ ਸੀ, ਜੈਨ ਧਰਮ ਦੀ ਵਿਧੀ ਨਿਯਮ ਦੇ ਅਨੁਸਾਰ। ਨੈਕਸਟ ਹੈ ਭਾਰਤ ਦੇ ਆਧੁਨਿਕ ਸ਼ਹਿਰਾਂ ਵਿੱਚੋਂ ਕਿਹੜਾ ਅਸ਼ੋਕ ਦਾ ਵਸਾਇਆ ਹੋਇਆ ਹੈ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਅਸ਼ੋਕ ਦਾ ਵਸਾਇਆ ਹੋਇਆ ਨਗਰ ਹੈ, ਇਹਨਾਂ 'ਚੋਂ ਚਾਰਾਂ 'ਚੋਂ ਆਪਾਂ ਨੇ ਦੱਸਣਾ, ਤਾਂ ਉਹ ਹੈਗਾ ਸ਼੍ਰੀਨਗਰ। ਸ਼੍ਰੀਨਗਰ ਦੀ ਸਥਾਪਨਾ ਜਿਹੜੀ ਕਿ ਅਸ਼ੋਕ ਦੁਆਰਾ ਕੀਤੀ ਗਈ ਆ। ਨੈਕਸਟ ਹੈ ਅਸ਼ੋਕ ਦੇ ਧੰਮ ਦੇ ਕਿਹੜੇ ਸਿਧਾਂਤ ਆਧੁਨਿਕ ਧਰਮਾਂ ਵਿੱਚ ਵੀ ਮਿਲਦੇ ਨੇ, ਤਾਂ ਉਹ ਮਿਲਦੇ ਨੇ ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਪ੍ਰਤੀ ਪ੍ਰੇਮ ਭਾਵ ਰੱਖਣਾ, ਲੋੜਵੰਦਾਂ ਨੂੰ ਦਾਨ ਕਰਨਾ, ਉਪਰੋਕਤ ਸਾਰੇ। ਨੈਕਸਟ ਹੈ ਮੌਰੀਆ ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਦਾ ਨਾਮ ਆਧੁਨਿਕ ਨਾਮ ਪਟਨਾ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਤਾਂ ਇਹ ਦੱਸਣਾ ਕਿ ਸਹੀ ਹੈ ਜਾਂ ਗਲਤ, ਤਾਂ ਇਹ ਸਹੀ ਹੈ। ਸਟੂਡੈਂਟ ਇਸ ਦਾ ਜਿਹੜੇ ਕਿ MCQs ਵੀ ਬਣ ਕੇ ਆ ਸਕਦਾ, ਫਿਲਿੰਗ ਦਾ ਬਲੈਂਕਸ ਵੀ ਆ ਸਕਦੀ ਆ। ਮੌਰੀਆ ਸਾਮਰਾਜ ਦੀ ਰਾਜਧਾਨੀ ਦਾ ਨਾਂ ਕੀ ਆ, ਪਾਟਲੀਪੁੱਤਰ ਸੀ, ਅਤੇ ਪਾਟਲੀਪੁੱਤਰ ਦਾ ਆਧੁਨਿਕ ਨਾਂ ਕੀ ਆ, ਹੁਣ ਪਾਟਲੀਪੁੱਤਰ ਨੂੰ ਕੀ ਨਾਂ ਦਿੱਤਾ ਗਿਆ, ਤਾਂ ਉਹ ਹੈ ਪਟਨਾ। ਨੈਕਸਟ ਹੈ ਭਾਰਤ ਦਾ ਰਾਜ ਚਿੰਨ੍ਹ ਡੈਸ਼ ਸਤੰਭ ਤੋਂ ਲਿਆ ਗਿਆ ਹੈ। ਭਾਰਤ ਦਾ ਜਿਹੜਾ ਕਿ ਰਾਜ ਚਿੰਨ੍ਹ ਹੈ ਉਹ ਕਿਸ ਤੋਂ ਲਿਆ ਗਿਆ, ਉਹ ਲਿਆ ਗਿਆ ਸਾਰਨਾਥ ਤੋਂ, ਸਾਰਨਾਥ ਦੇ ਸਤੰਭ ਤੋਂ ਲਿਆ ਗਿਆ। ਅਤੇ ਸਾਰਨਾਥ ਦੇ ਸਤੰਭ ਦਾ ਨਿਰਮਾਣ ਕਿਸ ਨੇ ਕਰਵਾਇਆ, ਅਸ਼ੋਕ ਨੇ, ਰਾਜਾ ਅਸ਼ੋਕ ਨੇ। ਨੈਕਸਟ ਹੈ 15 ਨੰਬਰ 'ਤੇ ਕਲਿੰਗਾ ਦਾ ਸੰਬੰਧ ਆਧੁਨਿਕ ਉੜੀਸਾ ਪ੍ਰਾਂਤ ਨਾਲ ਹੈ, ਤਾਂ ਇਹ ਬਿਲਕੁਲ ਸਹੀ ਹੈ, ਟਰੂ ਹੈ। ਕਲਿੰਗ ਦਾ ਜਿਹੜੇ ਕਿ ਸੰਬੰਧ ਆਧੁਨਿਕ ਉੜੀਸਾ ਨਾਲ ਹੈ। ਨੈਕਸਟ ਇਸ ਚੈਪਟਰ 'ਚੋਂ ਜਿਹੜੀ ਕਿ ਮੌਰੀਆ ਕਾਲ ਦੇ ਵਿੱਚ ਕੁਐਸਚਨ ਜੋ ਬਣਦੇ ਨੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੌਰੀਆ ਸਾਮਰਾਜ ਦਾ ਪਤਨ ਕਦੋਂ ਹੋਇਆ। 184 ਈਸਵੀ ਪੂਰਵ ਦੇ ਵਿੱਚ ਜਿਹੜੀ ਕਿ ਮੌਰੀਆ ਸਾਮਰਾਜ ਦਾ ਪਤਨ ਹੋਇਆ ਸੀ, ਈਸਵੀ ਪੂਰਵ ਦੇ ਵਿੱਚ। ਅਤੇ ਮੌਰੀਆ ਸ਼ਾਸਕ ਦਾ ਜਿਹੜੇ ਕਿ ਆਖਰੀ ਸ਼ਾਸਕ ਸੀ ਬ੍ਰਹਿਦਰਥ, ਅਤੇ ਬ੍ਰਹਿਦਰਥ ਦੀ ਹੱਤਿਆ ਕੀਤੀ ਸੀ ਪੁਸ਼ਯਮਿੱਤਰ ਨੇ। ਪੁਸ਼ਯਮਿੱਤਰ ਜਿਹੜੇ ਕਿ ਬ੍ਰਹਿਦਰਥ ਦਾ ਸੈਨਾਪਤੀ ਸੀ, ਉਸਨੇ ਜਿਹੜੇ ਕਿ ਬ੍ਰਹਿਦਰਥ ਦੀ ਹੱਤਿਆ ਕਰਕੇ ਸ਼ੁੰਗ ਵੰਸ਼ ਦੀ ਜਿਹੜੀ ਕਿ ਨੀਂਹ ਰੱਖੀ ਸੀ। ਅਤੇ ਮੌਰੀਆ ਵੰਸ਼ ਦੀ ਜਿਹੜੀ ਕਿ ਸਥਾਪਨਾ ਕਦੋਂ ਹੋਈ ਸੀ, 321 ਈਸਵੀ ਪੂਰਵ ਦੇ ਵਿੱਚ ਚੰਦਰਗੁਪਤ ਮੌਰੀਆ ਨੇ ਕੀਤੀ ਸੀ, ਕੌਟਲਿਆ ਦੀ ਹੈਲਪ ਦੇ ਨਾਲ। ਅਤੇ ਇਸ ਦੇ ਵਿੱਚੋਂ ਇਹ ਪੁੱਛ ਸਕਦੇ ਨੇ ਕਿ ਜਿਹੜੇ ਕਿ ਅਸ਼ੋਕ ਨੇ ਦੇ ਜਿਹੜੇ ਕਿ ਕਿੰਨੇ ਸਾਮਰਾਜ ਨੂੰ ਆਪਣੇ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ, ਤਾਂ ਅਸ਼ੋਕ ਦੇ ਸਾਮਰਾਜ ਦੇ ਵਿੱਚ ਜਿਹੜੇ ਕਿ 4 ਪ੍ਰਾਂਤ ਸੀ। ਅਤੇ ਪ੍ਰਾਂਤ ਦੇ ਮੁਖੀ ਨੂੰ ਕੀ ਕਹਿੰਦੇ ਸੀ, ਸਟੇਟ ਦੇ ਮੁਖੀ ਨੂੰ ਕਹਿੰਦੇ ਸੀ ਕੁਮਾਰ ਕਹਿੰਦੇ ਸੀ, ਜ਼ਿਲ੍ਹਿਆਂ ਦੇ ਮੁਖੀ ਨੂੰ ਕਹਿੰਦੇ ਸੀ ਜਿਹੜੇ ਕਿ ਪ੍ਰਦੇਸ਼ਕ, ਜਿਹੜੇ ਕਿ ਉਸ ਸਮੇਂ ਜ਼ਿਲ੍ਹਿਆਂ ਨੂੰ ਜਨਪਦ ਕਹਿੰਦੇ ਸੀ, ਅਤੇ ਪ੍ਰਦੇਸ਼ਕ ਜਿਹੜੇ ਕਿ ਜਨਪਦ ਦਾ ਮੁਖੀ ਹੁੰਦਾ ਸੀ, ਅਤੇ ਪਿੰਡਾਂ ਦਾ ਪ੍ਰਬੰਧ ਜਿਹੜੇ ਕਿ ਗ੍ਰਾਮਿਕ ਕਰਦਾ ਹੁੰਦਾ ਸੀ। ਨੈਕਸਟ ਆ ਗੁਪਤ ਕਾਲ। ਸ਼ੁੰਗ ਸਾਮਰਾਜ ਦੀ ਨੀਂਹ ਕਿਸ ਨੇ ਰੱਖੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਪੁਸ਼ਯਮਿੱਤਰ ਨੇ ਰੱਖੀ ਸੀ। ਪੁਸ਼ਯਮਿੱਤਰ ਨੇ 184 ਈਸਵੀ ਪੂਰਵ ਦੇ ਵਿੱਚ ਮੌਰੀਆ ਸਾਮਰਾਜ ਦੇ ਆਖਰੀ ਸ਼ਾਸਕ ਬ੍ਰਹਿਦਰਥ ਦੀ ਹੱਤਿਆ ਕਰਨ ਤੋਂ ਬਾਅਦ ਜਿਹੜੀ ਕਿ ਸ਼ੁੰਗ ਵੰਸ਼ ਦੀ ਨੀਂਹ ਰੱਖੀ ਸੀ। ਨੈਕਸਟ ਆ ਮੌਰੀਆ ਵੰਸ਼ ਦਾ ਪਹਿਲਾ ਮਹਾਨ ਸ਼ਾਸਕ ਚੰਦਰਗੁਪਤ ਪਹਿਲਾ ਸੀ, ਬਿਲਕੁਲ ਸਹੀ। ਜਦੋਂ ਕੁਐਸਚਨ ਇਹ ਆ ਜਾਏ ਕਿ ਗੁਪਤ ਵੰਸ਼ ਦਾ ਪਹਿਲਾ ਮਹਾਨ ਸ਼ਾਸਕ ਕੌਣ ਸੀ, ਤਾਂ ਆਊਗਾ ਆਨਸਰ ਚੰਦਰਗੁਪਤ ਪਹਿਲਾ ਸੀ, ਤਾਂ ਇਹ ਬਿਲਕੁਲ ਸਹੀ ਹੈ। ਇਹਦਾ MCQs ਵੀ ਆ ਸਕਦਾ। ਜਦੋਂ ਵੈਸੇ ਪੁੱਛ ਲੈਣ ਕਿ ਗੁਪਤ ਵੰਸ਼ ਦਾ ਕੌਣ ਮਹਾਨ ਸ਼ਾਸਕ ਸੀ, ਕਿਹੜਾ ਹੋਇਆ, ਤਾਂ ਫਿਰ ਆਨਸਰ ਹੈ ਜਿਹੜੇ ਕਿ ਸਮੁੰਦਰਗੁਪਤ ਵੀ ਆ ਸਕਦਾ, ਅਗਰ ਆਪਸ਼ਨ ਦੇ ਵਿੱਚ ਸਮੁੰਦਰਗੁਪਤ ਦਿੱਤਾ ਹੋਇਆ। ਬਟ ਜਦੋਂ ਉਹਨਾਂ ਨੇ ਪਹਿਲਾ ਕਹਿ ਕੇ ਪੁੱਛ ਲਿਆ, ਕੁਐਸਚਨ ਦੇ ਵਿੱਚ ਪਹਿਲਾ ਵਰਡ ਲਿਖਿਆ ਹੋਇਆ ਹੈਗਾ, ਤਾਂ ਤੁਸੀਂ ਚੰਦਰਗੁਪਤ ਪਹਿਲਾ ਹੀ ਆਨਸਰ ਕਰਨਾ। ਅਗਰ ਵੈਸੇ ਪੁੱਛਿਆ ਹੋਇਆ ਦੈਨ ਤੁਸੀਂ ਆਨਸਰ ਕਰਨਾ ਸਮੁੰਦਰਗੁਪਤ। ਨੈਕਸਟ ਥਰਡ ਆ ਵਰਾਹਮਿਹਿਰ ਗੁਪਤ ਕਾਲ ਦਾ ਪ੍ਰਸਿੱਧ ਡੈਸ਼ ਸੀ ਜਿਸ ਨੇ ਪੰਜ ਸਿਧਾਂਤਕਾਂ ਨਾਮੀ ਪੁਸਤਕ ਲਿਖੀ, ਤਾਂ ਵਰਾਹਮਿਹਿਰ ਆ ਜਿਹੜੇ ਕਿ ਖਗੋਲ ਵਿਗਿਆਨੀ ਸੀ, ਅਤੇ ਇਸ ਨੇ ਪੰਜ ਸਿਧਾਂਤਕਾਂ ਨਾਮੀ ਪੁਸਤਕ ਦੀ ਰਚਨਾ ਕੀਤੀ। ਨੈਕਸਟ ਆ ਮਹਾਨ ਜੇਤੂ ਹੋਣ ਕਾਰਨ ਸਮੁੰਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ, ਕਿ ਇਹ ਸਹੀ ਹੈ ਜਾਂ ਗਲਤ ਹੈ, ਤਾਂ ਇਹ ਬਿਲਕੁਲ ਸਹੀ ਹੈ। ਸਮੁੰਦਰਗੁਪਤ ਨੂੰ ਜਿਹੜੇ ਕਿ ਨੈਪੋਲੀਅਨ ਵੀ ਕਿਹਾ ਜਾਂਦਾ ਹੈ, ਭਾਰਤੀ ਨੈਪੋਲੀਅਨ, ਉਸ ਦੀਆਂ ਮਹਾਨ ਜਿੱਤਾਂ ਕਾਰਨ। ਅਤੇ ਸਮੁੰਦਰਗੁਪਤ ਨੂੰ ਜਿਹੜੇ ਕਿ ਭਾਰਤੀ ਨੈਪੋਲੀਅਨ ਕਿਸ ਨੇ ਕਿਹਾ ਸੀ, ਕੁਐਸਚਨ ਕਈ ਵਾਰ ਇਹ ਵੀ ਆ ਸਕਦਾ, ਤਾਂ ਡਾਕਟਰ BA ਸਮਿਥ ਨੇ ਕਿਹਾ ਸੀ। ਵੈਸੇ ਆਉਣ ਦੇ ਚਾਂਸਿਸ ਤਾਂ ਨਹੀਂ ਹੈ, ਚਲੋ ਵੈਸੇ ਦੱਸ ਰਹੀ ਮੈਂ, ਡਾਕਟਰ BA ਸਮਿਥ ਨੇ ਜਿਹੜੇ ਕਿ
चलो मैं बोले दिंदी हाँ। डॉक्टर वी ਸਮਿਥ ने जिहड़े कि समुद्रगुप्त ਨੂੰ ਭਾਰਤੀ ਨੈਪੋਲੀਅਨ ਦੀ ਉਪਾਧੀ ਦਿੱਤੀ ਸੀ ਤੇ ਸਮੁੰਦਰਗੁਪਤ ਨੇ ਜਿਹੜੇ ਕਿ ਦੱਖਣੀ ਭਾਰਤ ਦੇ 12 ਸ਼ਾਸਕਾਂ ਨੂੰ ਹਰਾਇਆ ਸੀ ਤੇ ਉੱਤਰੀ ਭਾਰਤ ਦੇ 9 ਸ਼ਾਸਕਾਂ ਨੂੰ। ਉੱਤਰੀ ਭਾਰਤ ਦੇ ਜਿਹੜੇ ਕਿ 9 ਸ਼ਾਸਕਾਂ ਨੂੰ ਤੇ ਦੱਖਣੀ ਭਾਰਤ ਦੇ ਜਿਹੜੇ ਕਿ 12 ਸ਼ਾਸਕਾਂ ਨੂੰ ਹਰਾਇਆ ਸੀ ਇਸਨੇ। ਨੈਕਸਟ ਕੁਐਸਚਨ ਹੈ 5th, ਕਿਹੜਾ ਗੁਪਤ ਕਾਲ ਵਿੱਚ ਸਿੱਖਿਆ ਦਾ ਕੇਂਦਰ ਨਹੀਂ ਸੀ। ਹਾਂਜੀ, ਇਹਨਾਂ 'ਚੋਂ ਚੁਣਨਾ ਜਿਹੜਾ ਸਿੱਖਿਆ ਦਾ ਕੇਂਦਰ ਨਹੀਂ ਸੀ ਗੁਪਤ ਕਾਲ ਦੇ ਵਿੱਚ, ਤਾਂ ਉਹ ਸੀ ਹੜੱਪਾ ਤੇ ਬਾਕੀ ਇਹ ਤਿੰਨੋਂ ਹੀ ਗੁਪਤ ਕਾਲ ਦੇ ਵਿੱਚ ਸਿੱਖਿਆ ਦੇ ਕੇਂਦਰ ਸੀ। ਨੈਕਸਟ ਹੈ ਕਾਲੀਦਾਸ ਗੁਪਤ ਕਾਲੀਨ ਪ੍ਰਸਿੱਧ ਨਾਟਕਕਾਰ ਸੀ ਜਿਸ ਨੇ ਡੈਸ਼ ਨਾਮਕ ਨਾਟਕ ਲਿਖਿਆ। ਤਾਂ ਕਾਲੀਦਾਸ ਨੇ ਜਿਹੜੇ ਕਿ ਨਾਟਕ ਲਿਖਿਆ ਸੀ, ਗੁਪਤ ਕਾਲ ਦਾ ਪ੍ਰਸਿੱਧ ਨਾਟਕਕਾਰ ਸੀ, ਉਹਨੇ ਲਿਖਿਆ ਸੀ ਸ਼ਕੁੰਤਲਾ। ਇਸ ਤੋਂ ਇਲਾਵਾ ਇਸ ਦੀਆਂ ਪੁਸਤਕਾਂ ਦੇ ਨਾਂ ਨੇ, ਕਈ ਵਾਰ ਐਗਜ਼ਾਮ 'ਚ ਜਿਹੜੇ ਕਿ ਉਹ ਵੀ ਪੁੱਛ ਲੈਂਦੇ ਨੇ ਉਹ। ਤਾਂ ਕਾਲੀਦਾਸ ਦੁਆਰਾ ਜਿਹੜੇ ਕਿ ਇੱਕ ਮਹਾਨ ਉਹ ਸਾਹਿਤਕਾਰ ਸੀ, ਨਾਟਕਕਾਰ ਸੀ, ਉਸਨੇ ਸ਼ਕੁੰਤਲਾ ਇੱਕ ਨਾਟਕ ਲਿਖਿਆ ਸੀ। ਇਸ ਤੋਂ ਇਲਾਵਾ ਉਸਦੇ ਜਿਹੜੇ ਕਿ ਨੇ ਮੇਘਦੂਤ, ਰਘੂਵੰਸ਼, ਵਿਕਰਮ ਮੋਰਵਰਸ਼ੀ, ਰਿਤੂ ਸੰਹਾਰ ਤੇ ਇਹ ਵੀ ਉਸਦੇ ਜਿਹੜੇ ਕਿ ਪ੍ਰਸਿੱਧ ਗ੍ਰੰਥ ਨੇ। ਨੈਕਸਟ ਆ ਕਨਿਸ਼ਕ ਡੈਸ਼ ਵੰਸ਼ ਦਾ ਮਹਾਨ ਸ਼ਾਸਕ ਸੀ। ਹਾਂਜੀ, ਕਨਿਸ਼ਕ ਜਿਹੜਾ ਸੀ ਕਿਸ ਵੰਸ਼ ਦਾ ਸੀ? ਕੁਸ਼ਾਣ ਵੰਸ਼ ਦਾ। ਕੁਸ਼ਾਣ ਵੰਸ਼ ਦਾ ਕਨਿਸ਼ਕ ਜਿਹੜਾ ਕਿ ਮਹਾਨ ਸ਼ਾਸਕ ਸੀ। ਨੈਕਸਟ ਆ ਗੁਪਤ ਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਉਦਾਹਰਨ ਡੈਸ਼ ਹਨ। ਤਾਂ ਉੱਤਮ ਉਦਾਹਰਨ ਕੀ ਨੇ? ਮੰਦਰ ਹੈ ਜਿਹੜੇ ਕਿ ਕਲਾ ਇਹਨਾਂ ਦੀ ਗੁਪਤ ਕਾਲ ਦੀ ਸਭ ਤੋਂ ਫੇਮਸ ਹੈ। ਨੈਕਸਟ ਹੈ ਗੁਪਤ ਕਾਲ ਵਿੱਚ ਤ੍ਰਿਮੂਰਤੀ ਦੀ ਪੂਜਾ ਆਰੰਭ ਹੋਈ ਜਿਸ ਵਿੱਚ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੀ ਪੂਜਾ ਕੀਤੀ ਜਾਂਦੀ ਸੀ। ਕੀ ਇਹ ਸਹੀ ਹੈ ਜਾਂ ਗਲਤ ਹੈ? ਤਾਂ ਇਹ ਬਿਲਕੁਲ ਸਹੀ ਹੈ, ਕਿਉਂਕਿ ਗੁਪਤ ਕਾਲ ਦੇ ਵਿੱਚ ਤ੍ਰਿਮੂਰਤੀ ਦੀ ਜਿਹੜੀ ਪੂਜਾ ਕੀਤੀ ਜਾਂਦੀ ਸੀ ਜਿਸ ਵਿੱਚ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਸਨ। ਨੈਕਸਟ ਹੈ ਗੁਪਤ ਕਾਲ ਵਿੱਚ ਭਾਰਤ ਆਏ ਚੀਨੀ ਯਾਤਰੀ ਦਾ ਨਾਮ ਕੀ ਸੀ? ਤਾਂ ਵੈਰੀ ਇੰਪੋਰਟੈਂਟ ਕੁਐਸਚਨ ਹੈ, ਤਾਂ ਇਹ ਸੀ ਫਾਈਆਨ। ਫਾਈਆਨ ਹੈ ਜਿਹੜੇ ਕਿ ਗੁਪਤ ਕਾਲ ਦੇ ਵਿੱਚ ਭਾਰਤ ਆਇਆ ਸੀ ਤੇ ਗੁਪਤ ਕਾਲ ਦੇ ਕਿਸ ਸ਼ਾਸਕ ਦੇ ਸਮੇਂ ਆਇਆ ਸੀ? ਤਾਂ ਇਹ ਚੰਦਰਗੁਪਤ ਵਿਕਰਮਦਿੱਤਿਆ ਦੇ ਸਮੇਂ ਆਇਆ ਸੀ। ਚੰਦਰਗੁਪਤ ਵਿਕਰਮਦਿੱਤਿਆ, ਜਿਸ ਨੂੰ ਚੰਦਰਗੁਪਤ ਦੂਜਾ ਵੀ ਕਹਿੰਦੇ ਨੇ, ਉਸ ਦੇ ਸਮੇਂ ਜਿਹੜੇ ਕਿ ਫਾਈਆਨ ਭਾਰਤ ਆਇਆ ਸੀ। ਨੈਕਸਟ ਕੁਐਸਚਨ ਸਟੂਡੈਂਟ, ਕਿਹੜੇ ਭਾਰਤੀ ਪ੍ਰਾਂਤ ਦਾ ਨਾਮ ਸਤਵਾਹਨ ਸ਼ਾਸਕਾਂ ਨਾਲ ਜੁੜਦਾ ਹੈ? ਹਾਂਜੀ, ਕਿਹੜੇ ਭਾਰਤੀ ਪ੍ਰਾਂਤ ਦਾ, ਸਟੇਟ ਦਾ ਜਿਹੜਾ ਕਿ ਸੰਬੰਧ ਸਤਵਾਹਨਾਂ ਨਾਲ ਜੁੜਦਾ, ਤਾਂ ਉਹ ਜੁੜਦਾ ਆਂਧਰਾ ਪ੍ਰਦੇਸ਼ ਦਾ। ਨੈਕਸਟ ਆ ਗੁਪਤਕਾਲੀਨ ਵਿਸ਼ ਦਾ ਆਧੁਨਿਕ ਉਦਾਹਰਣ ਕੀ ਹੈ? ਹਾਂਜੀ, ਆਧੁਨਿਕ ਉਦਾਹਰਣ ਹੈ ਵਿਸ਼ੇ ਮਤਲਬ ਕਿ ਜ਼ਿਲ੍ਹੇ। ਉਸ ਟਾਈਮ ਦੇ ਵਿੱਚ ਜ਼ਿਲ੍ਹਿਆਂ ਨੂੰ ਜਿਹੜੇ ਕਿ ਵਿਸ਼ੇ ਕਹਿੰਦੇ ਸੀ। ਵਿਸ਼ੇ ਮਤਲਬ ਕਿ ਕਿਹੜਾ ਸੀ? ਜ਼ਿਲ੍ਹਾ, ਤੇ ਉਸ ਤੋਂ ਅੱਗੇ ਜ਼ਿਲ੍ਹੇ ਨੂੰ ਵਿਸ਼ ਕਹਿੰਦੇ ਸੀ, ਵਿਸ਼ੇ ਜਾਂ ਵਿਸ਼ੇ। ਜੋ ਮੀਨਸ ਜ਼ਿਲ੍ਹੇ ਨੂੰ ਉਹ ਵਿਸ਼ੇ ਕਹਿੰਦੇ ਸੀ, ਜਿਸ ਜ਼ਿਲ੍ਹੇ ਦਾ ਨਾਮ ਸੀ ਉਹਨੂੰ ਵਿਸ਼ੇ ਕਹਿੰਦੇ ਸੀ। ਨੈਕਸਟ ਹੈ ਗੁਪਤ ਕਾਲ ਵਿੱਚ ਆਧੁਨਿਕ ਅਧਿਆਪਕਾਂ ਵਾਲਾ ਕਾਰਜ ਸਿੱਖਿਆ ਦੇਣਾ ਬ੍ਰਾਹਮਣ ਕਰਦੇ ਸਨ। ਕੀ ਸਹੀ ਹੈ ਜਾਂ ਗਲਤ ਹੈ? ਤਾਂ ਇਹ ਬਿਲਕੁਲ ਸਹੀ ਹੈ। ਨੈਕਸਟ ਹੈ ਗੁਪਤ ਕਾਲ ਵਿੱਚ ਬਣਿਆ ਤਿਗਵਾਂ ਦਾ ਵਿਸ਼ਨੂੰ ਮੰਦਰ ਆਧੁਨਿਕ ਭਾਰਤ ਦੇ ਡੈਸ਼ ਰਾਜ ਵਿੱਚ ਹੈ। ਤਾਂ ਇਹ ਤਿਗਵਾ ਦਾ ਵਿਸ਼ਨੂੰ ਮੰਦਰ ਹੈ ਜਿਹੜੇ ਕਿ ਮੱਧ ਪ੍ਰਦੇਸ਼ ਦੇ ਵਿੱਚ ਹੈ, ਜਿਸ ਦੀ ਜਿਹੜਾ ਕਿ ਨਿਰਮਾਣ ਆ ਗੁਪਤ ਕਾਲ ਦੇ ਵਿੱਚ ਹੋਇਆ। ਨੈਕਸਟ ਹੈ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ ਕਿਉਂਕਿ ਇਹ ਕਾਲ ਸਰਬਪੱਖੀ ਪ੍ਰਗਤੀ ਦਾ ਕਾਲ ਸੀ। ਤਾਂ ਇਹ ਸਹੀ ਹੈ। ਕੁਐਸਚਨ ਐਵੇਂ ਵੀ ਆ ਜਾਂਦਾ ਕਿ ਕਿਸ ਕਾਲ ਨੂੰ ਭਾਰਤ ਦਾ ਜਿਹੜੇ ਕਿ ਸੁਨਹਿਰੀ ਕਾਲ ਮੰਨਿਆ ਗਿਆ, ਤਾਂ ਗੁਪਤ ਕਾਲ ਨੂੰ ਮੰਨਿਆ ਗਿਆ। ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਇੰਪੋਰਟੈਂਟ ਹੋਰ ਕੁਐਸਚਨਸ ਨੇ, ਜਿਵੇਂ ਕਿ ਗੁਪਤ ਕਾਲ ਦੀ ਜਿਹੜੀ ਕਿ ਨੀਂਹ ਹੈ ਰੱਖੀ ਸੀ ਚੰਦਰਗੁਪਤ ਮੌਰੀਆ ਨੇ ਰੱਖੀ ਸੀ। ਤੇ ਇਸ ਕਾਲ ਦੇ ਵਿੱਚ ਜਿਹੜੇ ਕਿ ਕੁਮਾਰਪਾਲ ਨੇ ਨਾਲੰਦਾ ਵਿਸ਼ਵਵਿਦਿਆਲਾ ਉਸ ਦੀ ਸਥਾਪਨਾ ਕੀਤੀ ਸੀ। ਤੇ ਆਰੀਆ ਭੱਟ ਹੈ ਜਿਹੜੇ ਕਿ ਮਹਾਨ ਗਣਿਤਕਾਰ ਹੋਇਆ ਜੋ ਕਿ ਗੁਪਤ ਕਾਲ ਦੇ ਵਿੱਚ ਹੋਇਆ। ਤੇ ਆਰੀਆ ਭੱਟ ਨੇ ਆਰੀਆ ਭੱਟਿਆ ਸੂਰਯ ਸਿਧਾਂਤ ਜਿਹੜੇ ਕਿ ਗ੍ਰੰਥਾਂ ਦੀ ਰਚਨਾ ਕੀਤੀ ਹੈ। ਤੇ ਅੰਗਰੇਜ਼ੀ ਵਿਦਵਾਨਾਂ ਨੇ ਜਿਹੜੇ ਕਿ ਗੁਪਤ ਕਾਲ ਦੀ ਤੁਲਨਾ ਗੁਪਤ ਕਾਲ ਨੂੰ ਭਾਰਤੀ ਇਤਿਹਾਸ ਦਾ ਐਲਿਜ਼ਾਬੇਥ ਯੁੱਗ ਕਹਿ ਕੇ ਜਿਹੜੀ ਕਿ ਇਸ ਦੀ ਪ੍ਰਸ਼ੰਸਾ ਕੀਤੀ ਹੈ, ਇਸ ਦੀ ਸ਼ਲਾਘਾ ਕੀਤੀ ਹੈ। ਤੇ ਨੈਕਸਟ ਅੱਗੇ ਵਰਧਨ ਕਾਲ। ਹਰਸ਼ਵਰਧਨ ਦਾ ਦਰਬਾਰੀ ਕਵੀ ਕੌਣ ਸੀ? ਤਾਂ ਹਰਸ਼ਵਰਧਨ ਦਾ ਦਰਬਾਰੀ ਕਵੀ ਸੀ ਬਾਣ ਭੱਟ। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ।
ਤੇ ਬਾਣ ਭੱਟ ਨੇ ਜਿਹੜੀ ਕਿ 2 ਪੁਸਤਕਾਂ ਦੀ ਰਚਨਾ ਕੀਤੀ ਸੀ, ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿਉਂਕਿ ਕਈ ਵਾਰ ਐਗਜ਼ਾਮ ਦੇ ਵਿੱਚ ਪੁਸਤਕਾਂ ਬਾਰੇ ਵੀ ਕੁਐਸਚਨ ਆ ਜਾਂਦਾ ਜਾਂ ਐਵੇਂ ਆ ਜਾਂਦਾ ਇਹ ਪੁਸਤਕ ਕਿਸ ਦੁਆਰਾ ਰਚੀਆਂ ਗਈਆਂ ਨੇ। ਤਾਂ ਬਾਣ ਭੱਟ ਨੇ ਜਿਹੜੇ ਕਿ ਹਰਸ਼ਵਰਧਨ ਦੇ ਦਰਬਾਰ ਦਾ ਕਵੀ ਸੀ। ਇਸਨੇ ਹਰਸ਼ ਚਰਿਤ ਤੇ ਕਦੰਬਰੀ, ਹਰਸ਼ ਚਰਿਤ ਤੇ ਕਦੰਬਰੀ, ਇਹ ਦੋਨੋਂ ਹੀ ਪੁਸਤਕਾਂ ਦੀ ਜਿਹੜੀ ਕਿ ਗ੍ਰੰਥਾਂ ਦੀ ਰਚਨਾ ਹਰਸ਼ਵਰਧਨ ਦੇ ਦਰਬਾਰੀ ਕਵੀ ਬਾਣ ਭੱਟ ਨੇ ਕੀਤੀ ਹੈ। ਨੈਕਸਟ ਆ, ਆਰੰਭ ਵਿੱਚ ਹਰਸ਼ਵਰਧਨ ਕਿਸ ਮਤ ਦਾ ਉਪਾਸਕ ਸੀ, ਕਿਸ ਧਰਮ ਨੂੰ ਜਿਹੜੇ ਕਿ ਉਹ ਮੰਨਦਾ ਸੀ, ਤਾਂ ਉਸ ਦੀ ਸ਼ੈਵ ਧਰਮ ਨੂੰ ਮੰਨਦਾ ਸੀ। ਨੈਕਸਟ ਆ, ਚੀਨੀ ਯਾਤਰੀ ਹਿਊਨ ਸਾਂਗ ਕਿਸ ਦੇ ਰਾਜਕਾਲ ਵਿੱਚ ਭਾਰਤ ਆਇਆ ਸੀ। ਹਾਂਜੀ, ਚੀਨੀ ਯਾਤਰੀ ਹਿਊਨ ਸਾਂਗ ਆ ਜਿਹੜੇ ਕਿ ਹਰਸ਼ਵਰਧਨ ਦੇ ਸਮੇਂ ਭਾਰਤ ਆਇਆ ਸੀ। ਤੇ ਇਸ ਦੁਆਰਾ ਲਿਖੀ ਗਈ ਪੁਸਤਕ ਦੇ ਜਿਹੜੇ ਕਿ ਨਾਂ ਹੈ ਸੀਯੂਕੀ, ਜਿਸ ਨੂੰ ਪੱਛਮੀ ਜਗਤ ਦਾ ਬਿਰਤਾਂਤ ਕਿਹਾ ਜਾਂਦਾ। ਸੀਯੂਕੀ ਨਾਂ ਦੀ ਪੁਸਤਕ ਦੀ ਰਚਨਾ ਜਿਹੜੀ ਕਿ ਹਿਊਨ ਸਾਂਗ ਨੇ ਕੀਤੀ ਸੀ ਤੇ ਇਹ 629 ਤੋਂ ਲੈ ਕੇ 643 ਈਸਵੀ ਤੱਕ ਜਿਹੜੇ ਕਿ ਭਾਰਤ ਦੇ ਵਿੱਚ ਰਿਹਾ ਸੀ। ਨੈਕਸਟ ਹੈ, ਹਰਸ਼ਵਰਧਨ ਦੇ ਰਾਜਕਾਲ ਵਿੱਚ ਸਿੱਖਿਆ ਦਾ ਮਹੱਤਵਪੂਰਨ ਕੇਂਦਰ ਕਿਹੜਾ ਸੀ, ਤਾਂ ਹਰਸ਼ਵਰਧਨ ਦੇ ਸਮੇਂ ਸਿੱਖਿਆ ਦਾ ਸਭ ਤੋਂ ਮਹਾਨ ਕੇਂਦਰ ਸੀ ਨਾਲੰਦਾ ਵਿਸ਼ਵਵਿਦਿਆਲਾ। ਨੈਕਸਟ ਆ, ਹਰਸ਼ਵਰਧਨ ਦੀ ਆਮਦਨ ਦਾ ਮੁੱਖ ਸਰੋਤ ਕੀ ਸੀ, ਤਾਂ ਆਮਦਨ ਦਾ ਮੁੱਖ ਸਰੋਤ ਸੀ ਭੂਮੀ ਕਰ। ਨੈਕਸਟ ਹੈ, ਹਰਸ਼ਵਰਧਨ ਨੇ ਕਨੌਜ ਆਪਣੇ ਰਾਜ ਦੀ ਰਾਜਧਾਨੀ ਕਿਉਂ ਬਣਾਈ ਸੀ, ਤਾਂ ਉਸਨੇ ਆਪਣੀ ਰਾਜਧਾਨੀ ਬਣਾਈ ਸੀ ਕਨੌਜ ਦੇ ਵਿੱਚ। ਕੁਐਸਚਨ ਐਵੇਂ ਵੀ ਆ ਜਾਂਦਾ ਹੈ ਕਿ ਹਰਸ਼ਵਰਧਨ ਦੀ ਰਾਜਧਾਨੀ ਜਿਹੜੀ ਕਿ ਕਿਹੜੀ ਸੀ, ਤਾਂ ਹਰਸ਼ਵਰਧਨ ਦੀ ਰਾਜਧਾਨੀ ਸੀ ਕਨੌਜ। ਤੇ ਜਦੋਂ ਵਰਧਨ ਵੰਸ਼ ਦੀ ਰਾਜਧਾਨੀ ਐ ਪੁੱਛਿਆ ਜਾਵੇ ਕਿ ਵਰਧਨ ਵੰਸ਼ ਦੀ ਪਹਿਲਾਂ ਰਾਜਧਾਨੀ ਕਿਹੜੀ ਸੀ, ਤਾਂ ਥਾਨੇਸਵਰ ਸੀ। ਤੇ ਇਸ ਨੇ ਕਨੌਜ ਉੱਚੀ ਥਾਂ 'ਤੇ ਵਸਿਆ ਹੋਇਆ ਨਗਰ ਸੀ। ਇਹ ਦੁਆਬ ਦੇ ਵਿੱਚ ਸੀ। ਇੱਥੇ ਜਲ ਅਤੇ ਥਲ ਮਾਰਗਾਂ ਦੁਆਰਾ ਪਹੁੰਚਣਾ ਆਸਾਨ ਸੀ, ਜਿਸ ਕਰਕੇ ਹਰਸ਼ਵਰਧਨ ਨੇ ਜਿਹੜੀ ਕਿ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਨੈਕਸਟ ਹੈ, ਹਰਸ਼ਵਰਧਨ ਦੇ ਉੱਤਰੀ ਤੇ ਪੂਰਬੀ ਭਾਰਤ ਵਿੱਚ ਸ਼ਕਤੀਸ਼ਾਲੀ ਰਾਜ ਸਥਾਪਿਤ ਕੀਤਾ, ਕਿਹੜਾ ਉਸ ਦੇ ਰਾਜ ਵਿੱਚ ਸ਼ਾਮਿਲ ਨਹੀਂ ਸੀ। ਹਾਂਜੀ, ਇਹਨਾਂ ਵਿੱਚੋਂ ਦੱਸਣਾ ਵੀ ਕਿਹੜਾ ਰਾਜ ਦੇ ਵਿੱਚ ਸ਼ਾਮਿਲ ਨਹੀਂ ਸੀ, ਤਾਂ ਉਹ ਸੀ ਕਰਨਾਟਕ। ਬਾਕੀ ਪੰਜਾਬ, ਕਨੌਜ, ਥਾਨੇਸਵਰ ਇਹ ਉਹਦੇ ਰਾਜ ਦੇ ਵਿੱਚ ਸ਼ਾਮਿਲ ਸੀ। ਨੈਕਸਟ ਕੁਐਸਚਨ ਹੈ, ਕਿਹੜਾ ਗ੍ਰੰਥ ਹਰਸ਼ਵਰਧਨ ਦੀ ਰਚਨਾ ਨਹੀਂ ਹੈ, ਤਾਂ ਇਹਨਾਂ ਦੇ ਵਿੱਚੋਂ ਹਰਸ਼ਵਰਧਨ ਦੇ ਇਹਨਾਂ 4 ਆਪਸ਼ਨਾਂ ਵਿੱਚੋਂ ਜਿਹੜੀ ਕਿ ਰਚਨਾ ਨਹੀਂ ਹੈਗੀ ਉਹ ਆ ਅਰਥ ਸ਼ਾਸਤਰ। ਤੇ ਕੁਐਸਚਨ ਹੁਣ ਐਵੇਂ ਵੀ ਆ ਸਕਦਾ ਕਿ ਹਰਸ਼ਵਰਧਨ ਨੇ ਕਿਹੜੇ ਗ੍ਰੰਥਾਂ ਦੀ ਰਚਨਾ ਕੀਤੀ ਹੈ। ਪ੍ਰਿਯਦਰਸ਼ਿਕਾ, ਰਤਨਾਵਲੀ, ਨਾਗਾਨੰਦ, ਇਹ ਤਿੰਨੋਂ ਹੀ ਗ੍ਰੰਥ ਜਿਹੜੇ ਕਿ ਹਰਸ਼ਵਰਧਨ ਦੁਆਰਾ ਲਿਖੇ ਗਏ ਨੇ। ਨੈਕਸਟ ਹੈ, ਹਰਸ਼ਵਰਧਨ ਦੇ ਕਾਲ ਵਿੱਚ ਕਿਹੜੇ ਧਾਰਮਿਕ ਭਵਨਾਂ ਦਾ ਨਿਰਮਾਣ ਨਹੀਂ ਹੋਇਆ, ਤਾਂ ਉਹ ਕਿਹੜੇ ਸੀ ਜਿਨ੍ਹਾਂ ਦਾ ਨਿਰਮਾਣ ਨਹੀਂ ਹੋਇਆ, ਉਹ ਸੀ ਮਸਜਿਦ। ਬਾਕੀ ਸਤੂਪ, ਮੱਠ, ਮੰਦਰ ਇਹ ਜਿਹੜੇ ਕਿ ਹਰਸ਼ਵਰਧਨ ਦੇ ਕਾਲ ਦੇ ਵਿੱਚ ਧਾਰਮਿਕ ਭਵਨਾਂ ਦਾ ਨਿਰਮਾਣ ਹੋਇਆ, ਲੇਕਿਨ ਮਸਜਿਦਾਂ ਦਾ ਨਹੀਂ। ਹਾਂਜੀ, ਨੈਕਸਟ ਹੈ ਸੀਯੂਕੀ, ਇਹ ਹਿਊਨ ਸਾਂਗ ਦਾ ਜਿਹੜੀ ਕਿ ਗ੍ਰੰਥ ਹੈ ਮੂਲ ਰੂਪ ਵਿੱਚ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ, ਤਾਂ ਇਹ ਜਿਹੜੀ ਕਿ ਭਾਸ਼ਾ ਦੇ ਵਿੱਚ ਲਿਖਿਆ ਗਿਆ ਤਾਂ ਇਸ ਦੀ ਭਾਸ਼ਾ ਹੈਗੀ ਆ ਚੀਨੀ ਭਾਸ਼ਾ ਦੇ ਵਿੱਚ ਇਹ ਲਿਖਿਆ ਗਿਆ ਗ੍ਰੰਥ। ਨੈਕਸਟ ਹੈ, ਹਰਸ਼ਵਰਧਨ ਥਾਨੇਸਵਰ ਦਾ ਸ਼ਾਸਕ ਬਣਿਆ। ਅੱਜ ਕੱਲ੍ਹ ਥਾਨੇਸਵਰ ਕਿਸ ਪ੍ਰਾਂਤ ਵਿੱਚ ਸਥਿਤ ਹੈ, ਤਾਂ ਥਾਨੇਸਵਰ ਅੱਜ ਕੱਲ੍ਹ ਜਿਹੜੇ ਕਿ ਹਰਿਆਣੇ ਵਿੱਚ ਸਥਿਤ ਹੈ। ਨੈਕਸਟ, ਹਰਸ਼ਵਰਧਨ ਕਾਲੀਨ ਭੁਗਤੀ ਦਾ ਆਧੁਨਿਕ ਉਦਾਹਰਨ ਡੈਸ਼ ਹੈ, ਤਾਂ ਉਸ ਟਾਈਮ ਦੇ ਵਿੱਚ ਜਿਹੜੇ ਕਿ ਭੁਗਤੀ ਜਿਹੜੇ ਕਿ ਕਿਹਾ ਜਾਂਦਾ ਸੀ ਪ੍ਰਾਂਤ ਸੂਬੇ ਨੂੰ। ਨੈਕਸਟ ਹੈ, ਪੁਲਕੇਸ਼ੀਨ ਦੂਜੇ ਦੀ ਰਾਜਧਾਨੀ ਆਧੁਨਿਕ ਕਰਨਾਟਕਾ ਦੇ ਜ਼ਿਲ੍ਹਾ ਵਿਜਾਪੁਰ ਦਾ ਨਗਰ ਬਦਾਮੀ ਸੀ। ਕੀ ਇਹ ਸਹੀ ਹੈ ਜਾਂ ਗਲਤ ਹੈ, ਤਾਂ ਇਹ ਬਿਲਕੁਲ ਸਹੀ ਹੈ। ਪੁਲਕੇਸ਼ੀਨ ਦੂਜੇ ਦੀ ਰਾਜਧਾਨੀ ਆਧੁਨਿਕ ਕਰਨਾਟਕ ਦੇ ਜ਼ਿਲ੍ਹਾ ਵਿਜਾਪੁਰ ਦਾ ਜਿਹੜੇ ਕਿ ਨਗਰ ਬਦਾਮੀ ਸੀ। ਤੇ ਇੱਕ ਕੁਐਸਚਨ ਤੁਸੀਂ ਸਟੂਡੈਂਟ ਇਹ ਵੀ ਮਾਈਂਡ ਦੇ ਵਿੱਚ ਰੱਖਣਾ ਕਿ ਪੁਲਕੇਸ਼ੀਨ ਦੂਜੇ ਨੇ ਹਰਸ਼ਵਰਧਨ ਨੂੰ ਹਰਾਇਆ ਸੀ। ਕੁਐਸਚਨ ਕਦੇ ਵੀ ਪੁੱਛਿਆ ਜਾ ਸਕਦਾ ਕਿ ਹਰਸ਼ਵਰਧਨ ਨੂੰ ਕਿਸ ਨੇ ਹਰਾਇਆ ਸੀ, ਤਾਂ ਪੁਲਕੇਸ਼ੀਨ ਦੂਜੇ ਨੇ ਹਰਸ਼ਵਰਧਨ ਨੂੰ ਹਰਾਇਆ ਸੀ। ਇਹ 633 ਈਸਵੀ ਦੇ ਵਿੱਚ ਨਰਮਦਾ ਨਦੀ ਦੇ ਕੰਢੇ 'ਤੇ ਜਿਹੜੇ ਕਿ ਯੁੱਧ ਹੋਇਆ ਸੀ, ਜਿਸ ਦੇ ਵਿੱਚ ਜਿਹੜੇ ਕਿ ਪੁਲਕੇਸ਼ੀਨ ਦੂਜੇ ਨੇ ਹਰਸ਼ਵਰਧਨ ਨੂੰ ਹਰਾਇਆ ਸੀ। ਨੈਕਸਟ ਆ, ਹਰਸ਼ਵਰਧਨ ਦਾ ਮਿੱਤਰ ਭਾਸਕਰ ਵਰਮਨ ਕਾਮਰੂਪ ਦਾ ਸ਼ਾਸਕ ਸੀ। ਕਾਮਰੂਪ ਦਾ ਆਧੁਨਿਕ ਨਾਮ ਡੈਸ਼ ਹੈ, ਤਾਂ ਕਾਮਰੂਪ ਦਾ ਆਧੁਨਿਕ ਨਾਮ ਹੈਗਾ ਜਿਹੜੇ ਕਿ ਅਸਾਮ। ਨੈਕਸਟ ਹੈ,
ਆਧੁਨਿਕ ਭਾਰਤ ਦੇ ਰਾਸ਼ਟਰਪਤੀ ਵਾਂਗ ਹਰਸ਼ਵਰਧਨ ਆਪਣੀ ਸੈਨਾ ਦਾ ਸਰਵਉੱਚ ਸੈਨਾਪਤੀ ਕਮਾਂਡਰ ਸੀ। ਕੀ ਸਹੀ ਹੈ ਜਾਂ ਗਲਤ ਹੈ? ਤਾਂ ਇਹ ਸਟੂਡੈਂਟ ਸਹੀ ਹੈ। ਉਸ ਟਾਈਮ ਦੇ ਵਿੱਚ ਜਿਹੜੇ ਸ਼ਾਸਕ ਹੁੰਦੇ ਸੀ ਉਹਨਾਂ ਨੂੰ ਪਾਵਰਸ ਇੰਨੀਆਂ ਹੁੰਦੀਆਂ ਸੀ ਲਾਈਕ ਰਾਸ਼ਟਰਪਤੀ, ਤਾਂ ਸਰਵਉੱਚ ਸੈਨਾ ਦਾ ਜਿਹੜੇ ਕਿ ਉਹ ਕਮਾਂਡਰ ਸੀ। ਨੈਕਸਟ 7th ਨੰਬਰ ਚੈਪਟਰ ਹੈ ਰਾਜਪੂਤ ਕਾਲ। ਹਾਂਜੀ, ਪਾਲ ਵੰਸ਼ ਦਾ ਮੋਢੀ ਕੌਣ ਸੀ? ਤਾਂ ਪਾਲ ਵੰਸ਼ ਦਾ ਮੋਢੀ ਸੀ ਗੋਪਾਲ। ਨੈਕਸਟ, ਰਾਜਪੂਤ ਕਾਲ ਵਿੱਚ ਬਣਿਆ ਤੰਜੋਰ ਦਾ ਸ਼ਿਵ ਮੰਦਰ ਦੱਖਣੀ ਭਾਰਤ ਦੇ ਸਾਰੇ ਮੰਦਰਾਂ ਵਿੱਚੋਂ ਸੁੰਦਰ ਹੈ। ਕੀ ਇਹ ਸਹੀ ਹੈ ਜਾਂ ਗਲਤ ਹੈ? ਤਾਂ ਇਹ ਬਿਲਕੁਲ ਸਹੀ ਆ। ਅਤੇ ਜਿਹੜੇ ਸਹੀ ਗਲਤ ਵਾਲੇ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਟੂਡੈਂਟ ਤੁਸੀਂ ਸੁਣਨਾ ਅਤੇ ਸਮਝਣਾ, ਦੇਖਣੀ ਹੈ ਵੀਡੀਓ, ਕਿਉਂਕਿ ਇਹਨਾਂ ਨੂੰ ਉਲਟਾ ਕੇ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ, ਇਹਨਾਂ ਤੋਂ MCQs ਵੀ ਬਣ ਸਕਦੇ ਨੇ। ਜਿਵੇਂ ਕੁਐਸਚਨ ਐਵੇਂ ਵੀ ਬਣ ਸਕਦਾ ਹੈ ਕਿ ਤੰਜੋਰ ਦਾ ਜਿਹੜੇ ਕਿ ਸ਼ਿਵ ਮੰਦਰ ਹੈ ਦੱਖਣੀ ਭਾਰਤ ਦੇ ਜਿਹੜੇ ਕਿ ਕੁਐਸਚਨ ਐਵੇਂ ਬਣ ਸਕਦਾ ਕਿ ਦੱਖਣੀ ਭਾਰਤ ਦੇ ਵਿੱਚ ਜਿਹੜੇ ਕਿ ਕਿਹੜਾ ਮੰਦਰ ਹੈ ਜਿਹੜਾ ਰਾਜਪੂਤ ਕਾਲ ਦੇ ਵਿੱਚ ਸਭ ਤੋਂ ਸੁੰਦਰ ਸੀ? ਤਾਂ ਉਹ ਸੀ ਤੰਜੋਰ ਦਾ। ਨੈਕਸਟ ਹੈ ਤਰਾਇਨ ਦੀ ਪਹਿਲੀ ਲੜਾਈ 1526 ਈਸਵੀ ਦੇ ਵਿੱਚ ਹੋਈ। ਤਾਂ ਇਹ ਬਿਲਕੁਲ ਗਲਤ ਹੈ, ਕਿਉਂਕਿ 1526 ਈਸਵੀ ਦੇ ਵਿੱਚ ਤਰਾਇਨ ਦੀ ਲੜਾਈ ਨਹੀਂ ਬਲਕਿ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ। ਪਾਣੀਪਤ ਦੀ ਪਹਿਲੀ ਲੜਾਈ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਹੋਈ ਸੀ, ਅਤੇ ਇਸ ਲੜਾਈ ਦੇ ਵਿੱਚ ਬਾਬਰ ਜੇਤੂ ਰਿਹਾ ਸੀ ਅਤੇ ਜਿਹੜੇ ਕਿ ਇਬਰਾਹਿਮ ਲੋਧੀ ਹਾਰ ਗਿਆ ਸੀ। ਅਤੇ ਹੁਣ ਤਰਾਇਨ ਦੀ ਪਹਿਲੀ ਅਤੇ ਦੂਜੀ ਲੜਾਈ ਮੈਂ ਤੁਹਾਨੂੰ ਦੱਸਦੀ ਹਾਂ ਕਦੋਂ ਹੋਈਆਂ ਸੀ। ਇਹ ਤਰਾਇਨ ਦੀ ਪਹਿਲੀ ਲੜਾਈ ਜਿਹੜੀ ਕਿ 1191 ਵਿੱਚ ਹੋਈ ਸੀ, ਅਤੇ ਇਹ ਲੜਾਈ ਹੋਈ ਸੀ ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੇ ਵਿਚਕਾਰ। ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੇ ਵਿੱਚ 1191 ਵਿੱਚ ਤਰਾਇਨ ਦੀ ਪਹਿਲੀ ਲੜਾਈ ਹੋਈ, ਅਤੇ ਇਸ ਲੜਾਈ ਦੇ ਵਿੱਚ ਪ੍ਰਿਥਵੀਰਾਜ ਚੌਹਾਨ ਹੈ ਜਿਹੜੇ ਕਿ ਜੇਤੂ ਰਿਹਾ ਸੀ ਅਤੇ ਮੁਹੰਮਦ ਗੌਰੀ ਹਾਰ ਗਿਆ ਸੀ। ਦੈਨ ਉਸ ਤੋਂ ਬਾਅਦ 1192 ਈਸਵੀ ਦੇ ਵਿੱਚ ਤਰਾਇਨ ਦੀ ਦੂਜੀ ਲੜਾਈ ਹੋਈ, ਤਾਂ ਇਹ ਲੜਾਈ ਵੀ ਜਿਹੜੀ ਕਿ ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੇ ਵਿਚਕਾਰ ਹੋਈ ਸੀ। ਲੇਕਿਨ ਇਸ ਲੜਾਈ ਦੇ ਵਿੱਚ ਜਿਹੜੇ ਕਿ ਮੁਹੰਮਦ ਗੌਰੀ ਜੇਤੂ ਰਿਹਾ ਅਤੇ ਪ੍ਰਿਥਵੀਰਾਜ ਚੌਹਾਨ ਹੈ ਜਿਹੜੇ ਕਿ ਹਾਰ ਗਿਆ ਸੀ, ਅਤੇ ਇਸ ਨੂੰ ਪ੍ਰਿਥਵੀਰਾਜ ਚੌਹਾਨ ਨੂੰ ਜਿਹੜੇ ਕਿ ਗ੍ਰਿਫਤਾਰ ਕਰ ਲਿਆ ਗਿਆ। ਤਾਂ ਉਸ ਤੋਂ ਬਾਅਦ ਹੈ ਜਿਹੜੇ ਕਿ ਮੁਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ ਨੂੰ ਮਾਰ ਦਿੱਤਾ ਗਿਆ, ਅਤੇ ਇਸ ਦੇ ਨਾਲ ਹੈ ਜਿਹੜੇ ਕਿ ਚੌਹਾਨ ਵੰਸ਼ ਦਾ ਅੰਤ ਹੋ ਗਿਆ, ਅਤੇ ਮੁਸਲਿਮ ਸਾਮਰਾਜ ਦੀ ਜਿਹੜੀ ਕਿ ਰਾਜ ਦੀ ਨੀਂਹ ਮੁਹੰਮਦ ਗੌਰੀ ਨੇ ਭਾਰਤ ਦੇ ਵਿੱਚ ਰੱਖੀ ਸੀ। ਤਰਾਇਨ ਦੀ ਦੂਜੀ ਲੜਾਈ ਦੇ ਵਿੱਚ ਜਿਹੜੇ ਕਿ ਮੁਹੰਮਦ ਗੌਰੀ ਜੇਤੂ ਰਿਹਾ, ਅਤੇ ਤਰਾਇਨ ਦੀ ਪਹਿਲੀ ਲੜਾਈ ਦੇ ਵਿੱਚ ਜੇਤੂ ਰਿਹਾ ਸੀ ਪ੍ਰਿਥਵੀਰਾਜ ਚੌਹਾਨ। ਨੈਕਸਟ ਹੈ ਰਾਜਪੂਤ ਕਾਲ ਵਿੱਚ ਔਰਤਾਂ ਦੀ ਨਿਮਨ ਸਥਿਤੀ ਦਾ ਉਦਾਹਰਣ ਹੈ। ਤਾਂ ਔਰਤਾਂ ਨਿਮਨ ਸਥਿਤੀ ਦਾ ਉਦਾਹਰਣ ਕੀ ਸੀ? ਸਤੀ ਪ੍ਰਥਾ, ਕੰਨਿਆ ਹੱਤਿਆ, ਪਰਦਾ ਪ੍ਰਥਾ। ਤਾਂ ਉਪਰੋਕਤ ਸਾਰੇ ਆਨਸਰ ਆ ਗਏ। ਨੈਕਸਟ ਹੈ ਸ਼ਿਵ ਦੇ ਨਟਰਾਜ ਰੂਪ ਦੀਆਂ ਮੂਰਤੀਆਂ ਡੈਸ਼ ਕਾਲ ਵਿੱਚ ਬਣਾਈਆਂ ਗਈਆਂ। ਤਾਂ ਨਟਰਾਜ ਦੀਆਂ ਜਿਹੜੀ ਕਿ ਮੂਰਤੀਆਂ ਬਣਾਈਆਂ ਗਈਆਂ ਸੀ ਸ਼ਿਵ ਦੀਆਂ, ਤਾਂ ਉਹ ਬਣਾਈਆਂ ਗਈਆਂ ਸੀ ਚੌਲ ਕਾਲ ਦੇ ਵਿੱਚ, ਅਤੇ ਚੌਲ ਵੰਸ਼ ਦੀ ਨੀਂਹ ਜਿਹੜੇ ਕਿ ਵਿਜਯਾਲਿਆ ਨੇ ਰੱਖੀ ਸੀ। ਨੈਕਸਟ ਹੈ ਡੈਸ਼ ਨੇ ਭਾਰਤ 'ਤੇ 17 ਹਮਲੇ ਕੀਤੇ। ਵੈਰੀ ਇੰਪੋਰਟੈਂਟ, 17 ਹਮਲੇ ਕੀਤੇ ਸੀ ਮਹਿਮੂਦ ਗਜਨਵੀ ਨੇ ਭਾਰਤ 'ਤੇ ਜਿਹੜੇ ਕਿ 17 ਹਮਲੇ ਕੀਤੇ ਸੀ, ਅਤੇ ਇਸ ਦਾ ਸਭ ਤੋਂ ਫੇਮਸ ਹਮਲਾ ਸੀ ਜਿਹੜੇ ਕਿ ਉਹ ਸੋਮਨਾਥ ਦੇ ਮੰਦਿਰ 'ਤੇ ਹਮਲਾ ਸੀ, 1025 ਦੇ ਵਿੱਚ ਕੀਤਾ ਸੀ ਉਸਨੇ। ਨੈਕਸਟ ਹੈ ਪ੍ਰਿਥਵੀਰਾਜ ਚੌਹਾਨ ਦੇ ਰਾਜ ਕਵੀ ਚਾਂਦ ਬਰਦਾਈ ਨੇ ਪ੍ਰਿਥਵੀਰਾਜ ਰਾਸੋ ਨਾਮਕ ਗ੍ਰੰਥ ਦੀ ਰਚਨਾ ਕੀਤੀ। ਸਹੀ ਜਾਂ ਗਲਤ? ਤਾਂ ਇਹ ਵੀ ਸਟੂਡੈਂਟ ਸਹੀ ਹੈ। ਕੁਐਸਚਨ ਐਵੇਂ ਵੀ ਆ ਸਕਦਾ ਕਿ ਪ੍ਰਿਥਵੀਰਾਜ ਚੌਹਾਨ ਦਾ ਜਿਹੜੇ ਕਿ ਰਾਜ ਕਵੀ ਕੌਣ ਸੀ? ਤਾਂ ਚਾਂਦ ਬਰਦਾਈ ਸੀ। ਤਾਂ ਉਸਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਹੈ? ਤਾਂ ਉਸਨੇ ਪ੍ਰਿਥਵੀਰਾਜ ਰਾਸੋ ਨਾਮਕ ਗ੍ਰੰਥ ਦੀ ਰਚਨਾ ਕੀਤੀ ਹੈ, ਪ੍ਰਿਥਵੀਰਾਜ ਰਾਸੋ। ਨੈਕਸਟ ਹੈ ਮਹਿਮੂਦ ਗਜ਼ਨਵੀ ਦੇ ਨਾਲ ਕਿਹੜਾ ਵਿਦਵਾਨ ਭਾਰਤ ਆਇਆ ਸੀ? ਤਾਂ ਮਹਿਮੂਦ ਗਜ਼ਨਵੀ ਦੇ ਨਾਲ ਜਿਹੜੇ ਕਿ ਭਾਰਤ ਆਇਆ ਸੀ ਤਾਂ ਉਸਦਾ ਨਾਂ ਸੀ ਐਲਬਰੂਨੀ। ਐਲਬਰੂਨੀ ਹੈ ਜਿਹੜੇ ਕਿ ਭਾਰਤ ਦੇ ਵਿੱਚ ਆਇਆ ਸੀ, ਅਤੇ ਐਲਬਰੂਨੀ ਹੈ ਜਿਹੜੇ ਕਿ ਮਹਿਮੂਦ ਗਜ਼ਨਵੀ ਦੇ ਸਮੇਂ ਭਾਰਤ ਆਇਆ ਸੀ, ਦੇ ਨਾਲ ਭਾਰਤ ਆਇਆ ਸੀ। ਤਾਂ ਇਸ ਨੇ ਜਿਹੜੀ ਕਿ ਇੱਕ ਕਿਤਾਬ ਦੀ ਰਚਨਾ ਕੀਤੀ ਸੀ ਜਿਸ ਦਾ ਨਾਮ ਹੈ ਕਿਤਾਬ ਉਲ ਹਿੰਦ। ਕਿਤਾਬ ਉਲ ਹਿੰਦ ਦੀ ਨਾਂ ਦੀ ਜਿਹੜੀ ਕਿ ਰਚਨਾ ਕੀਤੀ ਸੀ। ਇਹ ਰਚਨਾ ਕੀਤੀ ਸੀ ਐਲਬਰੂਨੀ ਨੇ, ਅਤੇ ਉਸਦੀ ਇਹ ਜਿਹੜੀ ਕਿ ਰਚਨਾ ਭਾਸ਼ਾ ਇਸਦੀ ਸੀ ਅਰਬੀ ਭਾਸ਼ਾ ਦੇ ਵਿੱਚ ਜਿਹੜੀ ਕਿ ਇਸਨੇ ਇਹ ਰਚਨਾ ਕੀਤੀ ਸੀ। ਨੈਕਸਟ ਹੈ ਪ੍ਰਚਲਿਤ ਮਾਨਤਾ
अनुसार अग्निकुल राजपूतां की उत्पत्ति डैश विचों हुई, तां अग्निकुंड दे विचों हुई। नैक्सट है कनौज लई होए तिकोने संघर्ष विच किहड़ियां शक्तियां शामिल सन, तां इस तिकोने संघर्ष दे विच शामिल सन राष्ट्रकूट, पाल, प्रतिहार, ये तीनों ही शामिल सन। नैक्सट है राष्ट्रकूट शासक कृष्ण पहले द्वारा बनाया एलोरा कैलाशनाथ मंदिर आधुनिक भारत के किस राज विच है, तो यह हैगा महाराष्ट्र दे विच। कृष्ण पहले द्वारा जिहड़े कि किहड़ा मंदिर बनाया गया सी, एलोरा विखे कैलाशनाथ मंदिर बनाया गया सी। ते भारत के किहड़े राज दे विच आधुनिक समय दे विच आधुनिक भारत के किहड़े राज दे विच तो वो हैगा महाराष्ट्र दे विच। नैक्सट है राजपूत कालीन किहड़ी प्रथा अज भी हिंदू समाज दे विच प्रचलित है, तो वो हैगी आ जग ते हवन। नैक्सट है राजपूत काल विच सम्मतां द्वारा किसानां दा शोषण किया जाता सी, जिस करके किसानां दी दशा बहुत खराब सी, तो यह सही है या गलत है, तो यह बिल्कुल सही है। नैक्सट है किहड़े शासक वालों आधुनिक पंचायती राज वांग स्थानक स्वै शासन लागू किया गया, तो स्थानक स्वै शासन लागू किया गया सी इन्हां दे चौल वंश की जिहड़ी कि शासन की विशेषता सी, तो सी चौल शासकों द्वारा। इंपॉर्टेंट आ पंचायती जिहड़े कि राज स्थानक स्वै शासन की नींह जिहड़े कि चौल शासकों द्वारा रखी गई, इन्होंने लागू किया सी। नैक्सट आ तराइन जिथे पृथ्वीराज चौहान ते मुहम्मद गौरी की लड़ाई हुई सी, अजकल भारत के हरियाणा राज विच है, तो भी सही है। पानीपत ते तराइन ये दोनों ही स्थान है जिहड़े कि हरियाणा दे विच, क्योंकि पानीपत की भी लड़ाई एग्जाम दे विच पूछी जा सकती है तो तराइन की भी। नैक्सट आ चैप्टर नंबर 8। हाँ जी स्टूडेंट्स वीडियो नूं लाइक ते शेयर जरूर करना, क्योंकि ये वाले क्वेश्चन सिर्फ ओनली ये नहीं है कि तुहाडे कल वाले एग्जाम के लिए ही इंपॉर्टेंट रहणगे, इस तो अलावा तुहाडे सितंबर दे विच दसंबर दे विच जो एग्जाम होणगे उन्हां लई, दैन प्री बोर्ड फाइनल एग्जाम उन्हां सब लई जिहड़े कि मोस्ट इंपॉर्टेंट क्वेश्चनस ने। लहू ते लोहे की नीति कारण किस नूं जाणिया जांदा है, तो यह जाणिया जांदा बलबन नूं। ते इस चैप्टर के जो PDF क्वेश्चन ने मैं तुहानूं यही करवाऊँगी, बाकी इस चैप्टर के 2 वीडियो जिहड़े कि अपलोड कीतियां होईयां ने चैनल ते, तुसीं प्लेलिस्ट के विचों जाके देख लिओ। मोस्ट इंपॉर्टेंट क्वेश्चन हर एक जिहड़े कि वंश के विचों चक्के हुए ने, सल्तनत के जिहड़े कि काल के 5 वंश ने, 5 वंशों के विचों इंपॉर्टेंट क्वेश्चन उत्थे सिलैक्टड पाए हुए ने, 1 लाइनर। नैक्सट है कुतुब मीनार की उसारी किसने करवाई सी, तो कुतुबुद्दीन ऐबक ने जिहड़ी कि कुतुब मीनार की उसारी करवाई सी। नैक्सट है अलाउद्दीन खिलजी गुलाम वंश का शासक सी, तो यह गलत है, क्योंकि अलाउद्दीन खिलजी जिहड़ी कि खिलजी वंश का शासक सी, गुलाम वंश का नहीं, तो यह गलत हो गया। नैक्सट है जजिया एक टैक्स सी जो डैश तो वसूल किया जाना सी। हाँ जी यह जजिया एक टैक्स सी जिहड़े कि गैर मुसलमानों तो वसूल किया जाता सी। रजिया सुल्तान किसदी पुत्री सी, तो यह इल्तमिश की पुत्री सी। रजिया सुल्तान बारे क्वेश्चन इंपॉर्टेंट है, आ जाता होंगे, क्योंकि यह सल्तनत काल की सिर्फ इकल्ली औरत सी जिसने शासन किया सी। नैक्सट है इल्तमिश द्वारा गठित 40 विच किन्ने तुर्क सरदार शामिल सन, तो 40 तो ही पता लग रहा है कि आंसर अपना आ जाऊगा 40। नैक्सट है लोधी वंश का अंतिम शासक इब्राहिम लोधी सी, सही है, क्योंकि इस तो बाद इसकी डैथ हो गई सी जदों ये पानीपत के स्थान के विच जिहड़े कि बाबर तो हार गया सी, जिस दिन लोधी वंश का अंत हो गया सी। नैक्सट है कुतुबुद्दीन ऐबक की किहड़ी खेड खेडते वक्त घोड़े तो डिग के मौत हुई, तो वो चौगान खेडते हुए, घोड़े तो डिग के जिहड़ी कि मौत हुई सी, तो यह खेड खेडदा सी चौगान। नैक्सट है अलाउद्दीन खिलजी के काल विच सब तो वध हमले करने वाले मंगोल डैश देश के वासी सन, तो वो वासी सन मंगोलिया के। इन्होंने जिहड़े कि अलाउद्दीन खिलजी के समय सब तो वध जिहड़े कि हमले किए सी। क्वेश्चन एवें भी आ जाना कि किस शासक के किस सुल्तान के समय जिहड़े कि मंगोलों ने सब तो वध हमले किए सन, तो अलाउद्दीन खिलजी के समय। नैक्सट है तो अलाउद्दीन खिलजी खिलजी वंश का शासक सी। मुहम्मद तुगलक ने दिल्ली तो राजधानी बदल के दक्षिण भारत के विच डैश विखे स्थापित की सी, तो उसने की सी देवगिरी दे विच। नैक्सट है पंजाब किहड़ा शहर दिल्ली सल्तनत अधीन महत्वपूर्ण नगर सी। हाँ जी पंजाब का किहड़ा शहर है जिहड़ा दिल्ली सल्तनत दे विच महत्वपूर्ण सी, तो सी समाणा।
ਨੈਕਸਟ ਹੈ सिकंदर लोधी ने भारत का किहड़ा आधुनिक शहर वसाया? तो सिकंदर लोधी ने वसाया सी आगरा। जिस तरह अजकल किसानों की मदद करने लई खेतीबाड़ी विभाग स्थापित किया गया है, मुहम्मद तुगलक द्वारा स्थापित दीवाने कोही विभाग भी किसानों की मदद करता सी। कि यह सही है या गलत है? तो यह सही है। तो क्वेश्चन एवं भी आ सकता है कि मुहम्मद तुगलक द्वारा जिहड़े कि किसानों की मदद लई किहड़ा विभाग स्थापित किया गया सी? तां दीवाने कोही जां दीवाने कोही की स्थापना किसने की सी? मुहम्मद तुगलक ने। नैक्सट है फिरोज शाह तुगलक का वसाया नगर डैश अजकल भारतीय पंजाब का एक जिला है, तो वह हैगा फिरोजपुर। नैक्सट है 2018 में बनी हिंदी फिल्म पद्मावत की कहानी सुल्तान अलाउद्दीन खिलजी राणा रतन सिंह ते राणी पद्मावती नाल संबंधित है। सही है या गलत है? तो यह बिल्कुल सही है। नैक्सट नंबर 9 ते चैप्टर लास्ट है स्टूडेंट। वीडियो लंबी जरूर होगी लेकिन टोटली ये चैप्टर थोड़े क्लीयर ने अगर तुम ये वीडियो देख लिया दोनों ही, पहला वाली ते वाली, तो तुहाडा कोई भी क्वेश्चन है जिहड़े कि नहीं होगा कि इन्हां दोनों वीडियोज़ तो बाहर आ जाऊगा। हाँ जी, बहामनी राजधानी मुगल शासकों ने रखी सी। ये सही है या गलत है? तो यह बिल्कुल गलत है क्योंकि बहामनी राजधानी जिहड़ी कि मुगल शासकों ने नहीं रखी सी, बल्कि अलाउद्दीन बहामन शाह ने जिहड़े कि इसकी नींह रखी सी। वो बहामनी साम्राज्य का जिहड़े कि संस्थापक सी। ते बहामनी साम्राज्य जिहड़ी कि राजधानी सी गुलबर्गा। क्वेश्चन आ जाता हुंदा है। नैक्सट है विजयनगर साम्राज्य अधीन प्रांत के मुखी नूं डैश कहा जाता सी? तां कहा जाता सी नाइक। विजयनगर साम्राज्य की स्थापना नैक्सट क्वेश्चन है हरिहर ते बुक्का राय ने दक्षिण भारत में की सी? तां बिल्कुल सही है, इन्होंने की सी दक्षिण भारत दे विच। ते इसकी स्थापना जिहड़ी कि की गई सी 1336 ईस्वी दे विच। तुंगभद्रा जिहड़ी कि नदी के कंढे ते एक शहर वसाया उन्होंने, तो जिथे उन्होंने विजयनगर साम्राज्य की नींह रखी सी। विजयनगर नूं विद्यानगर भी जिहड़े कि कई बार लिखा आ सकता एग्जाम दे विच। ते यह बहामनी साम्राज्य ते विजयनगर दोनों ही साम्राज्यों की जिहड़ी कि स्थापना दक्षिणी भारत दे विच दिल्ली सल्तनत का जिहड़े कि दिल्ली सल्तनत का शासक मुहम्मद बिन तुगलक के समय रखी गई सी। क्वेश्चन आ सकता जिवें पहला एक बार पैस टैसट दे विच आया सी कि किहड़े शासक दे किहड़े दिल्ली सल्तनत दे शासक दे समय जिहड़े कि विजयनगर साम्राज्य नहीं रखी गई सी, तां ओह रखी गई सी मुहम्मद बिन तुगलक दे समय। ते उसे दे समय ही बहामनी साम्राज्य नहीं रखी गई सी। बहामनी साम्राज्य की स्थापना 1347 ईस्वी दे विच सी। नैक्सट है विजयनगर साम्राज्य अधीन नाडू जां कोटम किस नूं कहा जाता सी? तां कहा जाता सी जिले नूं। जिले नूं नाडू जां कोटम कहा जाता सी। नैक्सट है बहामनी राज काल किस काल विच स्थापित होया? हाँ जी, वही क्वेश्चन आ गया। मैं तुहानूं डिटेल दे विच दसदा कि सल्तनत काल सी दिल्ली दा, दिल्ली सल्तनत काल जिसनूं कहंदे ने, तां उस टाइम दे शासक किहड़ा सी? मुहम्मद बिन तुगलक। नैक्सट है डैश बहामनी राज का मोटी ते शक्तिशाली शासक सी? हाँ जी, पहला दस चुकी मैं, अलाउद्दीन बहामन शाह। नैक्सट है निज़ाम उल मुल्क ने अहमदनगर विच निज़ाम शाही शासन की स्थापना की? तां यह सही है। नैक्सट है कृष्ण देव राय ने विजयनगर के नेड़े अपनी माता नागला देवी के नाँ ते डैश शहर वसाया? तो उन्होंने वसाया सी नागलापुर। नैक्सट है विजयनगर साम्राज्य अधीन किस भाषा का विकास सब तो वध होया सी? तो होया सी तेलुगू का। नैक्सट है बहामनी शासकों की राजधानी रहे नगर गुलबर्गा ते विदर आधुनिक भारत के किहड़े प्रांत दे विच स्थित ने? हाँ जी, बहामनी शासकों की जिहड़ी कि राजधानी सी गुलबर्गा सी, ते गुलबर्गा ते विदर दोनों ही राजधानी सी, ते यह सी करनाटका दे जिहड़े कि भारत के आधुनिक प्रांत दे विच हुणे स्थित ने करनाटका दे विच। नैक्सट है विश्व प्रसिद्ध हीरा कोहिनूर दखण दे किस राज विचों मिलिया सी? तां यह मिलिया सी कुतुबशाही राज गोलकुंडा दे विचों, कुतुबशाही राज गोलकुंडा दे विचों। नैक्सट है विजयनगर साम्राज्य की राजधानी रहे जिहड़े कि नगर विजयनगर का आधुनिक नाम हंपी है, तो यह करनाटका विच स्थित है। सही है या गलत है? तो यह भी स्टूडेंट सही है। याद रखना कि विजयनगर साम्राज्य की राजधानी सी हंपी, ते बहामनी साम्राज्य की राजधानी सी गुलबर्गा, ते गुलबर्गा अलाउद्दीन बहामन शाह के समय सी। दैन उस तो बाद जिहड़े कि उन्होंने विच एक राजधानी होर आ गई सी गुलबर्गा ते विदर। नैक्सट बहामनी राज के तरफ का आधुनिक उदाहरण किहड़ा है? तां तरफ का आधुनिक उदाहरण जिहड़े कि पंजाब प्रांत।
ਬਾਹਮਣੀ ਰਾਜ ਦੇ ਵਿੱਚ ਜਿਹੜੇ ਕਿ ਪ੍ਰਾਂਤ ਨੂੰ ਸਟੇਟ ਨੂੰ ਕਹਿੰਦੇ ਸੀ ਤਰਫ। ਨੈਕਸਟ ਆ ਵਿਜੇਨਗਰ ਸਾਮਰਾਜ ਦੀ ਯਾਤਰਾ ਕਰਨ ਵਾਲਾ ਨਿਕੋਲ ਡੀ ਕੋਂਟੀ। ਕੋਂਟੀ ਇਟਲੀ ਦਾ ਨਿਵਾਸੀ ਸੀ, ਸਹੀ ਹੈ ਜਾਂ ਗਲਤ ਹੈ? ਤਾਂ ਸਟੂਡੈਂਟ ਇਹ ਸਹੀ ਹੈ। ਕੁਐਸਚਨ ਐਵੇਂ ਵੀ ਆ ਸਕਦਾ ਕਿ ਨਿਕੋਲ ਡੀ ਕੋਂਟੀ ਕਿੱਥੋਂ ਦਾ ਵਾਸੀ ਸੀ? ਤਾਂ ਇਹ ਸੀ ਇਟਲੀ ਦਾ। ਹਾਂਜੀ, ਇਹੀ ਸੀ ਕੁਐਸਚਨਸ। ਥੈਂਕਸ।